मैं रजिंदर घई जी, पंजाब ਪ੍ਰੈਜ਼ੀਡੈਂਟ ਪੇਰੈਂਟਸ ਐਸੋਸੀਏਸ਼ਨ ਪਿਛਲੇ 7 ਸਾਲਾਂ ਤੋਂ ਤੁਹਾਡੇ ਜਿਹੜੇ ਸਕੂਲਾਂ ਦਾ ਰੋਲਾ ਪੈ ਰਿਹਾ ਉਹਦੇ ਵਿੱਚ ਕੰਮ ਕਰਦਾ ਆ ਰਿਹਾ ਔਰ ਪੇਰੈਂਟਸ ਦੀ ਹਰ ਉਸ ਪ੍ਰੋਬਲਮ ਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਕੂਲ ਵਿੱਚ ਜਾ ਕੇ ਕਿ ਜਿਹੜੀ ਪ੍ਰੋਬਲਮ ਨੂੰ ਸੌਟ ਆਊਟ ਟੇਬਲ ਟਾਕ ਤੇ ਕੀਤਾ ਜਾ ਸਕਦਾ ਉਹਨੂੰ ਟੇਬਲ ਟਾਕ ਤੇ ਹੀ ਖਤਮ ਕੀਤਾ ਜਾ ਸਕਦਾ। ਸੋ ਇਦਾਂ ਹੀ ਅਸੀਂ ਪਰਸੋਂ ਇੱਕ ਸਕੂਲ ਹੈ ਇੰਟਰਨੈਸ਼ਨਲ ਪਬਲਿਕ ਸਕੂਲ ਸੰਧੂ ਨਗਰ ਸਿਵਲ ਸਿਟੀ ਦੇ ਵਿੱਚ, ਉਸ ਸਕੂਲ ਦੇ ਵਿੱਚ ਅਸੀਂ ਗਏ ਤੇ ਉਹਨਾਂ ਨੇ ਜਿਹੜੀ ਪ੍ਰੋਬਲਮ ਸੀ ਪੇਰੈਂਟਸ ਦੇ, ਤੁਸੀਂ ਦੇਖ ਸਕਦੇ ਹੋ ਮੇਰੇ ਕੋਲ 250-300 ਪੇਰੈਂਟਸ ਦੀਆਂ ਕੰਪਲੇਂਟਸ ਆਈਆਂ ਪਈਆਂ ਨੇ। ਉਹ ਅਸੀਂ ਗੱਲ ਕਰਨ ਲਈ ਉਹਨਾਂ ਨਾਲ ਟਾਈਮ ਕੀਤਾ ਸੀ, ਸੰਧੂ ਸਾਹਿਬ ਨਾਲ। ਬਿੱਲੂ ਸੰਧੂ ਜੀ ਕਹਿੰਦੇ ਆ ਸ਼ਾਇਦ, ਉਹਨਾਂ ਦੇ ਬਲਜਿੰਦਰ ਸੰਧੂ ਜੀ ਦੇ ਵੱਡੇ ਬ੍ਰਦਰ ਨੇ। ਉਹ ਸਕੂਲ ਚਲਾਉਂਦੇ ਨੇ ਤੇ ਐਸਡੀਓ ਵੀ ਨੇ ਸਿਵਲ ਹਸਪੀਟਲ ਦੇ ਵਿੱਚ। ਤੇ ਤੁਸੀਂ ਦੇਖੋ ਕਿ ਪਹਿਲਾਂ ਤਾਂ ਕੰਮ ਇਹੀ ਹੈ ਕਿ ਉਹ ਐਸਡੀਓ ਹੋ ਕੇ ਵੀ ਨਾਲ ਸਕੂਲ ਰਨ ਕਰ ਰਹੇ ਨੇ, ਡਿਊਲ ਜੌਬ ਕਰ ਰਹੇ ਨੇ ਇੱਕ ਕਿਸਮ ਦੀ। ਇਹ ਸਰਕਾਰ ਦੀਆਂ ਅੱਖਾਂ ਦੇ ਵਿੱਚ ਧੂਲ ਝੋਂਕ ਰਹੇ ਨੇ। ਦੂਸਰੀ ਗੱਲ, ਬਲਜਿੰਦਰ ਸੰਧੂ ਜੀ ਜਿਹੜੇ ਹੈਗੇ ਨੇ ਉਹਨਾਂ ਦੇ ਮਿਸਿਸ ਕਾਉਂਸਲਰ ਨੇ ਔਰ ਸੱਤਾ ਦੇ ਵਿੱਚ ਨੇ, ਔਰ ਇਹਨਾਂ ਨੇ ਆਪਣੀ ਸੱਤਾ ਦਾ ਨਜਾਇਜ਼ ਜਿਹੜਾ ਫਾਇਦਾ ਉਹ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਦੇਖਿਆ ਉਹਨਾਂ ਨੇ ਸਾਡੇ ਨਾਲ, ਅਸੀਂ ਜਦੋਂ ਜਾ ਕੇ ਉਹਨਾਂ ਨਾਲ ਬਹਿ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮਾਂ-ਬਾਪ ਦੀਆਂ ਕੰਪਲੇਂਟਸ ਹੈ, ਉਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਸਵੇਰੇ ਤੁਸੀਂ 5-5 ਕਰਕੇ ਭੇਜ ਦਿਓ, ਅਸੀਂ ਉਹਨਾਂ ਦੇ ਪੈਸੇ ਜਿਹੜੇ ਆ ਲੈਸ ਕਰ ਦਾਂਗੇ, ਲੈਸ ਕਰਕੇ ਉਹਨਾਂ ਨੂੰ ਸੈਟੀਸਫਾਈ ਕਰਾ ਕੇ ਉਹਨਾਂ ਦੀਆਂ ਕਿਸ਼ਤਾਂ ਕਰ ਦਾਂਗੇ, ਜਿਸ ਹਿਸਾਬ ਨਾਲ ਤੁਸੀਂ ਕਹੋਗੇ ਕਈ ਸਾਹਿਬ ਅਸੀਂ ਕਰ ਦਾਂਗੇ। ਦੂਸਰੇ ਦਿਨ ਜਦੋਂ ਸਵੇਰੇ ਅਸੀਂ ਪੇਰੈਂਟਸ ਨੂੰ ਭੇਜਿਆ 5-5 ਕਰਕੇ, ਤੇ ਪੇਰੈਂਟਸ ਨੂੰ ਇਹਨਾਂ ਨੇ ਧੱਕਾ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਉੱਥੇ ਐਸਸੀ ਗੁਪਤਾ ਜੀ ਵੀ ਬੈਠੇ ਨੇ, ਉਸ ਵੇਲੇ ਵੀ ਮੌਜੂਦ ਸੀਗੇ ਮੀਟਿੰਗ ਦੇ ਵਿੱਚ, ਜਿਹੜੇ ਚੇਅਰਪਰਸਨ ਦੱਸੇ ਜਾ ਰਹੇ ਆ। ਪਰ ਉਹਨਾਂ ਨੇ ਇੱਕ 100 ਰੁਪਈਆ ਵੀ ਘਟਾਉਣ ਦੀ ਗ੍ਰਹਿਮਤ ਨਹੀਂ ਸਮਝੀ, ਉਲਟਾ 35-35 ਹਜ਼ਾਰ ਰੁਪਏ ਦੀਆਂ ਜਿਹੜੀਆਂ ਸਲਿੱਪਾਂ ਬਣਾ ਕੇ ਪੇਰੈਂਟਸ ਦੇ ਹੱਥ 'ਚ ਫੜਾਤੀਆਂ ਕਿ ਇਹ ਤੁਹਾਨੂੰ ਡਿਪੋਜ਼ਿਟ ਕਰਾਉਣੇ ਪੈਣੇ ਤਾਂ ਅਸੀਂ ਤੁਹਾਡੇ ਬੱਚੇ ਪੜ੍ਹਾਵਾਂਗੇ, ਨਹੀਂ ਤਾਂ ਨਹੀਂ। ਜਦ ਕਿ ਹਾਈ ਕੋਰਟ ਦੀ ਜਿਹੜੀ ਪ੍ਰੋਬਲਮ ਹੈ, ਜਿਹੜੀ ਉਹ ਕੀਤੀ ਗਈ ਸੀਗੀ, ਉਹਦੇ ਵਿੱਚ ਸਿਰਫ ਟਿਊਸ਼ਨ ਫੀਸ ਦੀ ਗੱਲ ਕੀਤੀ ਗਈ ਸੀਗੀ, ਨਾ ਕਿ ਐਨੂਅਲ ਫੰਡਾਂ ਦੀ। ਇਹ ਐਨੂਅਲ ਫੰਡ ਵੀ 45-4500 ਰੁਪਈਆ ਪੇਰੈਂਟਸ ਤੋਂ ਲਈ ਜਾਂਦੇ ਨੇ, ਔਰ ਸਾਫ਼ ਸ਼ਬਦਾਂ ਦੇ ਵਿੱਚ, ਕੜੇ ਸ਼ਬਦਾਂ ਦੇ ਵਿੱਚ ਇਹ ਹਾਈ ਕੋਰਟ ਦੀ ਵੀ ਅਵਹੇਲਨਾ ਕਰ ਰਹੇ ਆ, ਉਲੰਘਣਾ ਕਰ ਰਹੇ ਆ। ਔਰ ਜਦੋਂ ਅਸੀਂ ਇਹਨਾਂ ਨਾਲ ਗੱਲ ਕੀਤੀ ਤਾਂ ਇਹਨਾਂ ਨੂੰ ਮੈਂ ਫੋਨ ਕੀਤਾ ਕਿ ਮੈਂ ਕਿਹਾ ਸੰਧੂ ਸਾਹਿਬ ਤੁਸੀਂ ਤਾਂ ਕੱਲ ਸ਼ਾਮੀ ਮੇਰੇ ਨਾਲ ਇਹ ਗੱਲ ਕੀਤੀ ਸੀ, ਉਹਦੇ ਅਕੋਰਡਿੰਗ ਤੁਹਾਡੇ ਕੋਲ ਅਸੀਂ ਪੇਰੈਂਟਸ ਭੇਜੇ ਆ। ਕਹਿੰਦਾ ਹੁਣ ਇਦਾਂ ਹੀ ਚੱਲੂ, ਕਹਿੰਦਾ ਤੂੰ ਪੇਰੈਂਟਸ ਦਾ ਸਾਥ ਦੇਣਾ ਬੰਦ ਕਰ, ਨਹੀਂ ਤਾਂ ਕਹਿੰਦਾ ਵਿੱਚ ਤੂੰ ਵੀ ਆ ਜਾਏਗਾ ਤਾਂ ਹੁਣ ਤੈਨੂੰ ਵੀ ਦੇਖ ਲਾਂਗੇ। ਦੇਖੋ ਜੀ, ਗੱਲ ਇਹ ਹੈ, ਨਾ ਤਾਂ ਰਜਿੰਦਰ ਘਈ ਨੇ ਪਹਿਲਾਂ ਸਾਥ ਛੱਡਿਆ ਪੇਰੈਂਟਸ ਦਾ, ਤੇ ਨਾ ਹੁਣ ਛੱਡਣਾ, ਤੇ ਨਾ ਅੱਗੇ ਛੱਡਾਂਗੇ। ਇਹ ਗਿੱਦੜ ਧਮਕੀਆਂ ਜਿਹੜੀਆਂ ਹੈਗੀਆਂ ਨੇ ਮਾਰਨ ਦੀਆਂ, ਜੇ ਤੁਹਾਨੂੰ ਦੇਖ ਲਾਂਗੇ, ਕਰ ਲਾਂਗੇ, ਮੈਂ ਜੱਟ ਆ, ਮੈਂ ਇਹ ਆ, ਸਾਨੂੰ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਜੀ। ਜੇ ਤੁਸੀਂ ਸਾਫ਼ ਸੁਥਰੇ ਜੱਟ ਵੀ ਹੋ ਨਾ, ਤੇ ਤੁਸੀਂ ਬਾਹਰ ਨਿਕਲ ਕੇ ਆਪਣਾ ਕਲੀਨ ਚਿੱਠਾ ਸਾਹਮਣੇ ਰੱਖੋ, 3-3 ਸਾਲ ਦੀਆਂ ਬੈਲੈਂਸ ਸ਼ੀਟਾਂ ਓਪਨ ਕਰੋ, ਆਪਦੇ ਸਟਾਫ ਦਾ ਜਿੰਨਾ ਪੈਸਾ ਪੇ ਕਰਦੇ ਹੋ ਉਹ ਸਾਨੂੰ ਪਬਲਿਕਲੀ ਕਰੋ। ਮੈਂ ਤਾਂ ਇੱਕ ਗੱਲ ਜਾਣਦਾ ਜੀ ਕਿ ਅਗਰ 4000 ਬੱਚਾ ਤੁਹਾਡੇ ਸਕੂਲ ਦੇ ਵਿੱਚ ਪੜ੍ਹਦਾ, ਤੇ ਜੇ ਤੁਹਾਡਾ ਸਟਾਫ ਦਾ 400 ਮੈਂਬਰ ਵੀ ਹੈ ਨਾ, ਤੇ 4000 ਬੱਚੇ ਨਾਲ ਡਿਵਾਈਡ ਕਰਕੇ 400 ਤੁਹਾਡੇ ਸਟਾਫ ਦੇ ਮੈਂਬਰ ਨੂੰ ਅਸੀਂ 4000 ਬੱਚਾ ਪਾਲ ਸਕਦੇ ਹਾਂ, ਔਰ ਪਾਲਦੇ ਵੀ ਹਾਂ ਹਾਲੇ ਤੱਕ। ਪਰ ਗੱਲ ਇਹ ਹੈ ਕਿ ਜਿੱਥੇ ਨਜਾਇਜ਼ ਹੋਏਗੀ ਉੱਥੇ ਰਜਿੰਦਰ ਘਈ ਜ਼ਰੂਰ ਖੜੇਗਾ, ਔਰ ਹਰ ਉਸ ਪੇਰੈਂਟਸ ਦੇ ਨਾਲ ਖੜੇਗਾ ਜਿੱਥੇ ਇਹ ਧੱਕਾ ਚੱਲੇਗਾ। ਧਮਕੀਆਂ ਮੇਰੀ ਜੀ ਡਾਇਰੈਕਟਰ ਸਾਹਿਬ ਨਾਲ ਗੱਲ ਹੋਈ ਸੀ, ਸੰਧੂ ਸਾਹਿਬ ਨਾਲ। ਉਹਨਾਂ ਦੇ, ਇਹਨਾਂ ਨੂੰ ਬਿੱਲੂ ਕਿਹਾ ਜਾਂਦਾ ਹੈ, ਉਹਨਾਂ ਦੇ ਨਿਕਨੇਮ ਨੂੰ ਮੈਨੂੰ ਪਤਾ ਹੈ, ਵੈਸੇ ਮੇਰੇ ਕੋਲ ਇਹਨਾਂ ਦਾ ਸੰਧੂ ਸਾਹਿਬ IPS ਕਰਕੇ ਨਾਮ ਹੀ ਸੇਵ ਕੀਤਾ ਹੋਇਆ ਕਿ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਹੈ। ਤੇ ਇਹਨਾਂ ਨੇ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ, ਉਹਦੀ ਰਿਕਾਰਡਿੰਗ ਵੀ ਮੇਰੀ CP ਸਾਹਿਬ ਨੂੰ ਮੈਂ ਅੱਜ ਕੰਪਲੇਂਟ ਵੀ ਦੇਤੀ ਹੈ, ਔਰ ਫਿਜ਼ੀਕਲੀ ਕੰਪਲੇਂਟ ਵੀ ਦਿੱਤੀ ਹੈ, ਔਰ ਉਹਨਾਂ ਨੂੰ ਮੇਲ ਦੇ ਉੱਤੇ ਵੀ ਪਾਤੀ ਹੈ। ਮੈਂ DGP ਸਾਹਿਬ ਨੂੰ ਵੀ ਅੱਜ ਮੇਲ ਕਰ ਦੇਣੀ ਹੈ, ਔਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਸਿੱਖਿਆ ਮੰਤਰੀ ਜੀ ਨੂੰ ਵੀ ਪਾਵਾਂਗੇ ਅੱਜ ਇਹਨਾਂ ਦੀ, ਔਰ CBSE ਦੇ ਵਿੱਚ ਵੀ ਪਾਵਾਂਗੇ, ਤਾਂ ਕਿ ਇਹੋ ਜਿਹੇ ਕੁਛ ਲੋਕ ਜਿਹੜੇ ਗਲਤ ਕਰ ਰਹੇ ਨੇ, ਜਿਹੜੇ ਸਕੂਲਾਂ ਨੂੰ ਗਲਤ ਤਰੀਕੇ ਨਾਲ ਚਲਾ ਰਹੇ ਨੇ, ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ। ਔਰ ਇਸ ਸਿਸਟਮ ਦੇ ਨਾਲ ਜਿਹੜੇ ਬਾਕੀ ਸਕੂਲ ਦੇ ਵਧੀਆ ਕੰਮ ਕਰ ਰਹੇ ਨੇ, ਜਾਂ ਜਿਹੜੇ ਕੋਵਿਡ ਨੂੰ ਦੇਖਦੇ ਹੋ, ਮਹਾਮਾਰੀ ਨੂੰ ਦੇਖਦੇ ਹੋ, ਸੰਕਟ ਨੂੰ ਦੇਖਦੇ ਹੋਏ ਫੀਸਾਂ ਛੱਡ ਵੀ ਰਹੇ ਨੇ, ਅਸੀਂ ਉਹਨਾਂ ਨੂੰ ਸਲੂਟ ਵੀ ਕਰ ਰਹੇ ਹਾਂ ਔਰ ਉਹਨਾਂ ਦੇ ਨਾਲ ਵੀ ਖੜੇ ਹਾਂ। ਤੁਸੀਂ ਦੱਸੋ, ਇਸ ਟਾਈਮ ਸਾਡੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਨੇ ਸਕੂਲਾਂ ਨੂੰ ਕੀ ਦਿਸ਼ਾ ਨਿਰਦੇਸ਼ ਦਿੱਤੇ ਨੇ ਫੀਸਾਂ ਬਾਰੇ? ਦੇਖੋ ਜੀ, ਇਸ ਵਾਰ ਜਿਹੜਾ ਹੁਣ ਸਾਡਾ ਹਾਈ ਕੋਰਟ ਦਾ ਜਿਹੜਾ ਆਰਡਰ ਆਇਆ, ਉਹ ਇਹੀ ਆਇਆ ਕਿ ਸਿਰਫ ਔਰ ਸਿਰਫ ਟਿਊਸ਼ਨ ਫੀਸ ਹੀ ਦਿੱਤੀ ਜਾਊਗੀ। ਜਿਹੜੇ WhatsApp ਤੇ ਗਰੁੱਪਾਂ ਦੇ ਵਿੱਚ ਪੜ੍ਹਾਇਆ ਜਾ ਰਿਹਾ, ਫੋਟੋਆਂ ਖਿੱਚ ਕੇ ਪਾਈਆਂ ਜਾ ਰਹੀਆਂ, ਉਹ ਨਹੀਂ, ਉਹ WhatsApp ਦੀ ਪੜ੍ਹਾਈ ਨਹੀਂ, ਆਨਲਾਈਨ ਨਹੀਂ ਮੰਨੀ ਜਾਂਦੀ, ਕਿਉਂਕਿ ਉਹ ਸਿਰਫ ਫੋਟੋ ਖਿੱਚ ਕੇ ਹੀ ਪਾਈ ਜਾਂਦੀ ਹੈ। ਆਨਲਾਈਨ ਪੜ੍ਹਾਈ ਸਿਰਫ ਉਹੀ ਮੰਨੀ ਜਾਏਗੀ। ਹਰ ਮਾਂ-ਬਾਪ ਨੂੰ ਲੈਕ ਆਫ ਨੌਲੇਜ ਕਰਕੇ ਜਿਹੜੀ ਆ, ਉਹਨਾਂ ਨੂੰ ਨਹੀਂ ਪਤਾ, ਵਿਚਾਰਿਆਂ ਨੂੰ, ਉਹ ਪੜ੍ਹੇ ਲਿਖੇ ਨਹੀਂ ਹੈਗੇ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਜਿਹੜੇ ਬੱਚੇ ਨੂੰ ਆਨਲਾਈਨ ਪੜ੍ਹਾਇਆ ਜਾ ਰਿਹਾ, ਜਿਵੇਂ ਅੱਜ ਮੈਂ ਤੁਹਾਡੇ ਨਾਲ ਆਨਲਾਈਨ ਬੋਲ ਰਿਹਾ,
ਜਿਹੜੀ ਚੀਜ਼ ਇਦਾਂ ਪੜ੍ਹਾਈ ਜਾ ਰਹੀ ਆ ਉਸ ਸਕੂਲਾਂ ਨੂੰ ਬਣਦੀ ਫੀਸ ਦਿੱਤੀ ਜਾਣੀ ਆ। ਅਗਰ ਤੁਹਾਨੂੰ ਫੋਟੋਆਂ ਖਿੱਚ ਕੇ ਪਾਈਆਂ ਜਾ ਰਹੀਆਂ ਤਾਂ ਵੀ ਪੈਸੇ ਲਿੱਤੇ ਜਾ ਰਹੇ ਆ ਤਾਂ ਪਲੀਜ਼ ਤੁਸੀਂ ਰਜਿੰਦਰ ਘਈ ਨੂੰ ਮੇਰੇ ਨਾਲ ਸੰਪਰਕ ਕਰੋ ਤਾਂ ਕਿ ਅਸੀਂ ਹਾਈ ਕੋਰਟ ਦੇ ਵਿੱਚ ਤੁਹਾਡੇ ਵਾਸਤੇ ਜਿਹੜੀ ਫਾਈਟ ਹੈ ਉਹ ਕਰ ਸਕੀਏ। ਤੁਹਾਡੀ ਸੰਸਥਾ ਵੱਲੋਂ ਜੋ ਵੀ ਤੁਹਾਡੇ ਵਕੀਲ ਹਾਇਰ ਕੀਤੇ ਜਾਂ ਕੋਈ ਲੀਗਲ ਦੇਖਦੇ ਨੇ ਉਹ ਕੌਣ ਨੇ? ਦੇਖੋ ਜੀ, ਸਾਡੇ ਕੋਲ ਪੰਜਾਬ ਦੇ ਵਿੱਚ ਅਸੀਂ ਹੁਣ ਲੀਗਲ ਜਿਹੜਾ ਸਾਡਾ ਦੇਖਦੇ ਨੇ ਉਹ ਮਿਸਟਰ ਭਗਵੰਤ ਸਿੰਘ ਜੀ ਨੇ। ਡਿਪਾਰਟਮੈਂਟਲ ਕੰਮ ਕਰ ਰਹੇ ਹਾਂ ਅਸੀਂ ਵੀ ਸਾਰਾ ਕੁਝ, ਕਿ ਜਿਹੜਾ ਲੀਗਲ ਸੈੱਲ ਹੋਏਗਾ ਸਾਡਾ ਲੀਗਲੀ ਕੰਮ ਹੋਏਗਾ ਉਹ ਭਗਵੰਤ ਸਿੰਘ ਜੀ ਦੇਖਦੇ ਪਏ ਨੇ। ਇੱਧਰ ਮੇਰੇ ਸਾਈਡ ਤੇ ਆਪਣੇ ਬਲਜੀਤ ਜੀ ਖੜੇ ਨੇ, ਜਨਰਲ ਸੈਕਟਰੀ ਨੇ ਮੇਰੇ ਪੰਜਾਬ ਦੇ, ਔਰ ਭਗਵੰਤ ਜੀ ਲੀਗਲ ਸੈੱਲ ਦੇਖਦੇ ਨੇ। ਅੱਗੇ ਇਹ ਤੁਹਾਡੇ ਨਾਲ ਲੀਗਲ ਸੈੱਲ ਤੇ ਗੱਲ ਕਰ ਲੈਣਗੇ। ਹਾਂਜੀ ਭਗਵਾਨ ਜੀ, ਤੁਹਾਡਾ ਕੀ ਕਹਿਣਾ ਇਸ ਮੁੱਦੇ ਤੇ? ਹਾਂਜੀ ਦੇਖੋ ਜੀ, ਪਹਿਲਾਂ ਸਭ ਤੋਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਵੀ ਮਿਸਟਰ ਸੰਧੂ ਜੋ ਵੀ ਹੈਗੇ ਨੇ, ਉਹਨਾਂ ਨੇ ਜੇ ਸਾਡੇ ਵੱਡੇ ਵੀਰ ਰਜਿੰਦਰ ਘਈ ਜੀ ਨੂੰ ਇਹੋ ਜਿਹੀ ਕੋਈ ਗੱਲ ਕਹੀ ਜਿਹੜੀ ਅਸੀਂ ਸੁਣੀ ਆ, ਹੁਣੀ ਫੋਨ ਤੇ ਅਸੀਂ ਸੁਣੀ ਆ, ਮੈਨੂੰ ਕੱਲ੍ਹ ਇਹਨਾਂ ਨੇ ਭੇਜਤੀ ਸੀ ਰਿਕਾਰਡਿੰਗ। ਉਹਦੇ 'ਚ ਉਹ ਦੇਖੋ ਇੱਕ ਜੱਟਵਾਦ ਦਾ ਜਿਹੜਾ ਧਮਕੀ ਦੇਣਾ, ਮੈਂ ਉਸ ਚੀਜ਼ ਨੂੰ ਬਹੁਤਾ ਵਧੀਆ ਨਹੀਂ ਸਮਝਦਾ ਜੀ। ਅੱਛੀ ਗੱਲ ਨਹੀਂ ਹੈਗੀ ਉਹਨਾਂ ਵਾਸਤੇ। ਇੱਕ ਪੜ੍ਹੇ ਲਿਖੇ ਇਨਸਾਨ ਵਾਸਤੇ ਇੱਕ ਐਜੂਕੇਸ਼ਨਲ ਇੰਸਟੀਚਿਊਟ ਚਲਾ ਰਹੇ ਹਾਂ ਆਪਾਂ, ਔਰ ਉੱਥੇ ਜਾ ਕੇ ਉਸ ਸੀਟ ਤੇ ਏਡੀ ਵੱਡੀ ਸੀਟ ਤੇ ਬੈਠ ਕੇ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਕਿ ਮੈਂ ਤੁਹਾਨੂੰ ਦੇਖ ਲੂੰਗਾ, ਵਟ ਯੂ ਮੀਨ ਬਾਏ ਦੇਖ ਲੂੰਗਾ, ਕੋਈ ਗੱਲ ਨਹੀਂ। ਔਰ ਉਹ ਸਾਫ਼ ਇੱਕ ਚੀਜ਼ ਦਾ ਦੇਖੋ ਜੀ, ਉਹ ਉਲੰਘਣਾ ਇਹ ਹੈ, ਕੰਟੈਂਪਟ ਇਹ ਹੈ ਕਿ ਉਹ ਕਹਿ ਰਹੇ ਨੇ ਮੈਂ ਇੱਕ ਬਿਜ਼ਨਸ ਚਲਾ ਰਿਹਾ। ਸਕੂਲ ਚਲਾਉਣਾ ਇੱਕ ਕਮਿਊਨਿਟੀ ਸਰਵਿਸ ਹੈ ਜੀ। ਨੋ ਪ੍ਰੋਫਿਟ ਨੋ ਲਾਸ ਤੇ ਸਕੂਲ ਚਲਾਇਆ ਜਾਂਦਾ, ਐਫੀਡੇਵਿਟ ਦਿੱਤਾ ਜਾਂਦਾ ਹੈ ਇਸ ਚੀਜ਼ ਤੇ। ਉਹ ਕਹਿੰਦੇ ਜੀ ਅੱਜ ਬਿਜ਼ਨਸ ਚਲਾ ਰਹੇ ਹਾਂ, ਦੈਟ ਮੀਨ ਜੇ ਤੁਸੀਂ ਬਿਜ਼ਨਸ ਚਲਾ ਰਹੇ ਹੋ ਤਾਂ ਸਿੱਧਾ ਕੰਟੈਂਪਟ ਹੈ ਜੀ। ਸਾਰੇ ਨਿਯਮਾਂ ਨੂੰ ਛੱਕੇ ਟੰਗ ਰਹੇ ਨੇ। ਉਹਨਾਂ ਦੀ ਪਹਿਲਾਂ ਤਾਂ ਅਸੀਂ ਮਾਨਤਾ ਰੱਦ ਕਰਨ ਦੀ ਜੋ ਵੀ ਐਪਲੀਕੇਸ਼ਨ ਆ ਉਹ ਅਸੀਂ ਫਾਰਵਰਡ ਕਰਾਂਗੇ। ਜਿੰਨੀਆਂ ਵੀ ਕਾਨੂੰਨੀ ਹੁਣ ਪਹਿਲੂ ਨੇ ਉਹਨਾਂ ਨੂੰ ਦੇਖਦੇ ਹੋਏ ਅੱਗੇ ਹਾਈ ਕੋਰਟ ਜਾਂ ਲੋਅਰ ਕੋਰਟ ਜਾਂ ਜਿਹੜੇ ਵੀ ਅਫੀਸਰ ਨਾਲ ਸਾਨੂੰ ਕੰਸਰਨ ਹੋਊ ਉਹਨਾਂ ਨੂੰ ਲੈਟਰਸ ਦਿੱਤੀਆਂ ਜਾਣਗੀਆਂ, ਐਪਲੀਕੇਸ਼ਨ ਦਿੱਤੀਆਂ ਜਾਣਗੀਆਂ, ਕੰਪਲੇਂਟਸ ਦਿੱਤੀਆਂ ਜਾਣਗੀਆਂ ਜੀ। ਔਰ ਇੱਕ ਗੱਲ ਮੈਂ ਸੰਧੂ ਸਾਹਿਬ ਨੂੰ ਸਾਫ਼ ਤੇ ਕਰ ਦੇਣਾ ਚਾਹੁੰਦਾ ਜੀ, ਸਾਂਝਾ ਪੰਜਾਬ ਸਾਂਝੀ ਆਵਾਜ਼ ਦਾ ਮੋਰਚਾ ਚਲਾਇਆ ਹੋਇਆ ਜੀ, ਸਾਡੇ ਵੱਡੇ ਵੀਰ ਵੱਲੋਂ ਇਹ ਚਲਾਇਆ ਜਾਂਦਾ ਜੀ। ਅਸੀਂ ਸਾਰੇ ਰਲ ਕੇ ਚਲਾ ਰਹੇ ਹਾਂ ਜੀ। ਔਰ ਜੇ ਰਜਿੰਦਰ ਘਈਵਾਲ ਕਿਸੇ ਨੇ ਟੇਢੀ ਨਿਗਾਹ ਨਾਲ ਦੇਖਿਆ ਜੀ, ਠੀਕ ਹੈ ਨਾ ਜੀ, ਉਹ ਇਕੱਲੇ ਰਜਿੰਦਰ ਘਈਵਾਲ ਨਹੀਂ ਦੇਖ ਰਿਹਾ, ਉਹ ਪੂਰੇ ਪੰਜਾਬ ਦੇ ਜਿੰਨੇ ਵੀ ਸਾਡੇ ਸੰਘਰਸ਼ੀਲ ਸਾਥੀ ਆ ਉਹਨਾਂ ਵੱਲ ਦੇਖ ਰਿਹਾ। ਉਹ ਸਾਰੇ ਇਕੱਠੇ ਹੋ ਕੇ, ਸਾਰੇ ਇਕਜੁੱਟ ਹੋ ਕੇ ਇਹੋ ਜਿਹੇ ਸਕੂਲਾਂ ਦਾ ਵਿਰੋਧ ਕਰਾਂਗੇ। ਉਹ ਪੰਜਾਬੀ 'ਚ ਜੇ ਉਹ ਪੰਜਾਬੀ ਬੋਲ ਸਕਦੇ, ਸਾਨੂੰ ਵੀ ਪੰਜਾਬੀ ਬੋਲਣੀ। ਜਲੂਸ ਇਹੋ ਜਿਹਾ ਕੱਢਾਂਗੇ ਤਾਂ ਉਹਨਾਂ ਨੂੰ ਵੀ ਪਤਾ ਲੱਗ ਜਾਊਗਾ। ਉਹਨਾਂ ਦਾ ਜੱਟਵਾਦ ਅਸੀਂ ਦਿਖਾ ਦਾਂਗੇ ਉਹਨਾਂ ਨੂੰ ਵੀ ਜੱਟਵਾਦ ਕੀ ਹੁੰਦਾ ਔਰ ਕਾਨੂੰਨ ਕੀ ਹੁੰਦਾ। ਅਸੀਂ ਇੰਡੀਆ 'ਚ ਰਹਿੰਦੇ ਹਾਂ, ਕੰਸਟੀਟਿਊਸ਼ਨ ਦੇ ਅੰਡਰ ਅਸੀਂ ਕੰਮ ਕਰਦੇ ਹਾਂ। ਅਸੀਂ ਕੋਈ ਉਹਨਾਂ ਨੂੰ ਧਮਕੀ ਨਹੀਂ ਦੇਣਾ ਚਾਹੁੰਦੇ। ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਸਕੂਲ ਚਲਾਉਂਦੇ ਹੋ, ਸਾਡੇ ਕੋਲ ਹਾਈ ਕੋਰਟ ਦਾ ਆਰਡਰ ਪਿਆ ਹੈ ਜੀ। ਹਾਈ ਕੋਰਟ ਦੇ ਆਰਡਰ 'ਚ ਸਾਫ਼-ਸਾਫ਼ ਲਿਖਿਆ, ਜਿਵੇਂ ਘਈ ਸਾਹਿਬ ਨੇ ਦੱਸਿਆ ਕਿ ਆਨਲਾਈਨ ਐਜੂਕੇਸ਼ਨ ਦੀ ਟਿਊਸ਼ਨ ਫੀਸ ਲੈਣੀ ਹੈ ਜੀ। ਪਹਿਲੀ ਗੱਲ ਤਾਂ ਇਹ ਹੈ ਕਿ ਸਕੂਲਾਂ ਨੇ ਇੱਕ ਨਵਾਂ ਫੰਡਾ ਫੜ ਲਿਆ ਜੀ। ਟਿਊਸ਼ਨ ਫੀਸ ਜਿਹੜੀ ਆ ਉਹ ਦੱਸਦੇ ਨਹੀਂ ਕਿਸੇ ਨੂੰ ਵੀ ਵਾਟ ਇਜ਼ ਦਾ ਟਿਊਸ਼ਨ ਫੀਸ। ਪਹਿਲਾਂ ਤਾਂ ਟਿਊਸ਼ਨ ਫੀਸ ਕਲੀਅਰ ਹੋਣੀ ਚਾਹੀਦੀ ਆ। ਅਗਰ ਸਾਡੇ ਪੇਰੈਂਟਸ ਕੋਈ ਵੀ ਜਾ ਕੇ ਉਹਨਾਂ ਨੂੰ ਪੁੱਛਦਾ ਕਿ ਸਾਨੂੰ ਇਹ ਫੰਡ ਦੱਸ ਦਿਓ ਜੀ ਕੀ ਹੈ ਔਰ ਦੂਜੇ ਫੰਡ ਦੱਸ ਦਿਓ, ਉਹ ਦੱਸਦੇ ਨਹੀਂ। ਹੁਣ ਉਹਨਾਂ ਨੇ ਚਲਾਕੀ ਕੀ ਕੀਤੀ ਹੈ, ਟਿਊਸ਼ਨ ਫੀਸ ਦੇ ਵਿੱਚ ਬਾਕੀ ਦੇ ਫੰਡ ਮਰਜ ਕਰਕੇ ਉਹਨੂੰ ਇੱਕ ਟਿਊਸ਼ਨ ਫੀਸ ਦਾ ਨਾਮ ਦੇ ਦਿੱਤਾ ਜੀ, ਜਿਹਨੂੰ ਪਹਿਲਾਂ ਮੰਥਲੀ ਫੀਸ ਕਹਿੰਦੇ ਹੁੰਦੇ ਸੀਗੇ। ਉਹਦੀਆਂ ਕਾਫੀ ਸਾਰੀਆਂ ਉਦਾਹਰਨਾਂ ਸਾਡੇ ਕੋਲ ਪਈਆਂ ਨੇ। ਔਰ ਇਸੇ ਸਿਲਸਿਲੇ 'ਚ ਹੁਣ ਅਸੀਂ ਇੱਕ ਮੁਹਿੰਮ ਸਟਾਰਟ ਕੀਤੀ ਹੋਈ ਹੈ ਜੀ। ਪਰਸੋਂ ਦੀ ਰਜਿੰਦਰ ਘਈ ਜੀ 2 ਦਿਨ ਮੇਰੇ ਨਾਲ ਨਹੀਂ ਆ ਸਕੇ, ਉਹ ਕਿਤੇ ਬਿਜ਼ੀ ਸੀਗੇ। ਅਸੀਂ ਇੱਕ ਫੀ ਰੈਗੂਲੇਟਰੀ ਐਕਟ ਹੈ ਜੀ 2016, ਉਹਦੇ 'ਚ ਪਹਿਲਾਂ ਡਿਵੀਜ਼ਨਲ ਕਮਿਸ਼ਨਰ ਨੂੰ ਸ਼ਿਕਾਇਤ ਦੇਣੀ ਪੈਂਦੀ ਸੀ। ਹੁਣ ਨਵੰਬਰ 2019  'ਚ ਉਹਦੀ ਤਰਮੀਮ ਕਰਕੇ ਡਿਪਟੀ ਕਮਿਸ਼ਨਰ ਜਿਹੜਾ ਵੀ ਡਿਸਟ੍ਰਿਕਟ ਦਾ ਉਹਨੂੰ ਇਸ ਦਾ ਚੇਅਰਪਰਸਨ ਬਣਾਇਆ ਗਿਆ। ਅਸੀਂ ਉਹਨਾਂ ਨੂੰ ਬਾਏ ਐਫੀਡੇਵਿਟ ਜੋ ਨਿਯਮ ਕਹਿੰਦਾ ਹੈ, ਐਕਟ ਦੇ ਅੰਡਰ ਜੋ ਵੀ ਨਿਯਮ ਕਹਿੰਦਾ ਹੈ, ਉਹਦੇ ਐਕਟ 'ਚ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਬਾਏ ਐਫੀਡੇਵਿਟ ਇੰਡੀਵਿਜੂਅਲ ਪੇਰੈਂਟਸ ਆਪਣੀ ਕੰਪਲੇਂਟ ਦਊਗਾ ਜੀ। ਔਰ ਉਹਦੀਆਂ ਅਸੀਂ ਬਾਏ ਐਫੀਡੇਵਿਟ ਕੰਪਲੇਂਟਸ ਦੇ ਰਹੇ ਹਾਂ ਜੀ। ਤਕਰੀਬਨ 2 ਦਿਨ ਹੋ ਗਏ ਜੀ ਲਗਾਤਾਰ ਅਸੀਂ ਦੇ ਰਹੇ ਹਾਂ। ਔਰ ਆਲਰੇਡੀ ਅਸੀਂ ਹੋਰ ਵੀ ਹੁਣ ਦੇਣੀਆਂ ਨੇ। ਬਾਏ ਐਫੀਡੇਵਿਟ ਨੋਟਰੀ ਪਬਲਿਕ ਕਰਵਾ ਕੇ ਦੇ ਰਹੇ ਹਾਂ ਜੀ। ਘਈ ਸਾਹਿਬ ਕੋਲੇ ਘੱਟ ਤੋਂ ਘੱਟ ਇਸ ਟਾਈਮ ਉਹਨਾਂ ਦੀ ਫਾਈਲ 'ਚ 300 ਤੋਂ ਵੱਧ ਕੰਪਲੇਂਟ ਸਾਡੇ ਕੋਲ ਇਸ ਟਾਈਮ ਪਈਆਂ। ਲੇਕਿਨ ਅਸੀਂ ਕਰੋਨਾ ਕਾਰਨ ਸਾਰੇ 300 ਦੇ 300 ਪੇਰੈਂਟਸ ਨੂੰ ਇੱਥੇ ਨਹੀਂ ਬੁਲਾਉਣਾ ਚਾਹੁੰਦੇ। ਅਸੀਂ 10-10, 12-12, 15-15 ਕਰਕੇ ਦੇ ਰਹੇ ਹਾਂ। ਮਿਸਟਰ ਆਪਣੇ ADC ਨੇ ਮਾਨਯੋਗ ਅਮਰਜੀਤ ਬੈਸ ਜੀ, ਉਹਨਾਂ ਨਾਲ ਗੱਲ ਹੋਈ ਸੀ। ਉਹ ਕਹਿੰਦੇ ਜੀ ਤੁਸੀਂ ਜਿੰਨੀਆਂ ਲਿਆਉਣੀਆਂ ਮੇਰੇ ਕੋਲ ਲਿਆਓ, ਮੈਂ ਮਾਰਕ ਕਰਕੇ DO ਮੈਡਮ ਨੂੰ ਭੇਜਦਾ। ਔਰ DO ਮੈਡਮ ਨਾਲ ਵੀ ਗੱਲ ਹੋਈ ਆ ਪ੍ਰੋਪਰ ਸਾਡੀ। ਉਹ ਵੀ ਕਹਿੰਦੇ ਜਿਹੜੀਆਂ ਸ਼ਿਕਾਇਤਾਂ ਆਉਣਗੀਆਂ ਉਹਨਾਂ 'ਤੇ ਪ੍ਰੋਪਰ ਗੌਰ ਕੀਤਾ ਜਾਊਗਾ ਜੀ। ਔਰ 5 ਸਕੂਲਾਂ ਨੂੰ ਨੋਟਿਸ ਵੀ ਕੀਤਾ ਹੋਇਆ ਆਲਰੇਡੀ ਜੀ। ਉਹਨਾਂ ਦਾ ਜਵਾਬ ਆ ਗਿਆ ਜੀ। ਔਰ ਜਵਾਬ 'ਚ ਇੱਕ ਬੜੀ ਹਾਸੋਹੀਣੀ ਗੱਲ ਹੈ ਜੀ, ਸਾਨੂੰ ਕਹਿਣੀ ਨਹੀਂ ਚਾਹੀਦੀ ਕਿ ਇੱਕ ਸਕੂਲ ਲਿਖ ਕੇ ਇਹ ਦੇ ਰਿਹਾ ਹੈ ਕਿ ਸਾਡੇ ਸਕੂਲ ਦੀ ਫੀਸ 8500 ਦੇ ਕਰੀਬ ਬਣਦੀ ਹੈ ਜੀ ਇੱਕ ਸਟੂਡੈਂਟ ਦੀ। ਔਰ ਅਸੀਂ ਪੇਰੈਂਟਸ ਨੂੰ ਇਹ ਕਹਿ ਰਹੇ ਤੁਸੀਂ ਸਿਰਫ ਸਾਨੂੰ 5000 ਰੁਪਇਆ ਦੇ ਦਿਓ ਜੀ। ਅਸੀਂ 5000 ਕਿਹਾ ਸੀ, ਅਸੀਂ ਤਾਂ ਇੱਥੋਂ ਤੱਕ ਆ ਗਏ ਜੀ, ਸਾਨੂੰ ਸਿਰਫ 2000 ਹੀ ਦੇ ਦਿਓ ਜੀ। ਦੈਟ ਮੀਨ ਮੈਂ ਇਹ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ, ਲੇਕਿਨ ਇੱਕ ਤਰ੍ਹਾਂ ਦਾ ਭੀਖ ਮੰਗਣ ਵਾਲਾ ਕੰਮ ਹੋ ਗਿਆ ਜੀ ਕਿ ਸਾਨੂੰ ਕੁਛ ਤਾਂ ਦੇ ਦਿਓ। ਬਟ ਉਹ ਕਹਿੰਦੇ ਨੇ ਜੀ ਇੱਕ ਭੀਖ ਮੰਗਦਾ ਭਿਖਾਰੀ ਕਹਿੰਦਾ ਯਾਰ 10 ਰੁਪਏ ਦੇ ਦੇ, ਫਿਰ 2 ਤੇ ਆ ਜਾਂਦਾ ਭਾਈ ਮੈਂ ਰੋਟੀ ਵੀ ਖਾਣੀ ਆ। ਉਸ ਤਰ੍ਹਾਂ ਦੀ ਹਾਲਤ ਅੱਜ ਕੱਲ੍ਹ ਸਕੂਲਾਂ ਦੀ ਹੋਈ ਵੀ ਹੈ। ਕਾਰਨ ਉਹਦਾ ਇਹ ਹੈ ਕਿ ਪੜ੍ਹਾ ਰਹੇ ਨਹੀਂ, ਉਹ ਚੋਰ ਬਜ਼ਾਰੀਆਂ ਦੇ ਗਿੱਝੇ ਹੋਏ ਨੇ ਜੀ। ਸ਼ੇਰ ਦੇ ਮੂੰਹ ਨੂੰ ਮਾਸ ਲੱਗਿਆ ਹੋਇਆ ਜੀ। ਆਪਦੇ ਫੰਡਾਂ ਦਾ ਕੋਈ ਹਿਸਾਬ ਨਹੀਂ ਦੇਣਾ ਜੀ। ਹੁਣ ਬੈਲੈਂਸ ਸ਼ੀਟਾਂ ਜਿਵੇਂ ਘਈ ਸਾਹਿਬ ਨੇ ਦੱਸਿਆ ਜੀ ਕਿ 3 ਸਾਲ ਦੀਆਂ ਬੈਲੈਂਸ ਸ਼ੀਟਾਂ ਅਪਲੋਡ ਕਰਨੀਆਂ ਜ਼ਰੂਰੀ ਨੇ। ਔਰ ਫੀ ਰੈਗੂਲੇਟਰੀ ਐਕਟ ਦੇ ਅੰਡਰ
ਐਕਟਰ ਉਹਦਾ ਟੈਕਸ ਸੈਕਸ਼ਨ ਹੈ ਜੀ, ਉਹਦੇ 'ਚ ਇਹਨਾਂ ਨੂੰ ਨਵੰਬਰ ਤੱਕ ਆਪਣੀਆਂ ਜਿਹੜੀਆਂ ਬੈਲੈਂਸ ਸ਼ੀਟਾਂ ਨੇ ਉਹ ਸਰਟੀਫਾਈ ਕਰਾ ਕੇ ਸੀਏ ਤੋਂ ਉਹ ਦੇਣੀਆਂ ਚਾਹੀਦੀਆਂ ਨੇ। ਉਹ ਕੋਈ ਵੀ ਸਕੂਲ ਨਹੀਂ ਦਿੰਦਾ, ਘੱਟ ਤੋਂ ਘੱਟ 15 ਸਕੂਲਾਂ ਦੀ ਤਾਂ ਲੁਧਿਆਣੇ ਦੀ ਸਾਡੇ ਕੋਲੇ ਇਨਫੋਰਮੇਸ਼ਨ ਪਈ ਹੈ। ਮੇਰੇ ਕੋਲੇ ਘੱਟ ਤੋਂ ਘੱਟ 3200 ਸਕੂਲਾਂ ਦੀ, ਪੰਜਾਬ ਦੇ 3200 ਸਕੂਲਾਂ ਦੀ ਇਨਫੋਰਮੇਸ਼ਨ ਪਈ ਹੈ ਕਿ ਜਿਨ੍ਹਾਂ ਨੇ ਕੋਈ ਵੀ ਆਰਟੀਏ ਦੇ ਅੰਡਰ ਅਸੀਂ ਲਈ ਹੋਈ ਹੈ ਜੀ, ਕਿਸੇ ਵੀ ਸਕੂਲ ਨੇ ਬੈਲੈਂਸ ਸ਼ੀਟ ਜਮ੍ਹਾਂ ਨਹੀਂ ਕਰਵਾਈ। ਉਹਦਾ ਸਿੱਧਾ ਕੰਟੈਂਪਟ ਬਣਦੀ ਹੈ। ਡਿਵੀਜ਼ਨਲ ਕਮਿਸ਼ਨਰ ਦੀ ਉਹ ਜ਼ਿੰਮੇਵਾਰੀ ਸੀ, ਉਹ ਉਸ 'ਚ ਦੋਸ਼ੀ ਨੇ। ਅਸੀਂ ਉਹਨਾਂ ਨੂੰ ਵੀ ਹੁਣ ਕੋਰਟ 'ਚ ਇੱਕ ਪਾਰਟੀ ਬਣਾਵਾਂਗੇ। ਸੋ ਇਸ ਤਰ੍ਹਾਂ ਦੀਆਂ ਟੈਕਨੀਕਲ ਗੱਲਾਂ ਬਹੁਤ ਨੇ। ਮੈਂ ਦੁਬਾਰਾ ਸੰਧੂ ਸਾਹਿਬ ਨੂੰ ਇੱਕ ਬੇਨਤੀ ਕਰ ਦਿੰਦਾ ਜੀ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਜੀ। ਤੁਸੀਂ ਕਮਿਊਨਿਟੀ ਸਰਵਿਸ ਚਲਾ ਰਹੇ ਹੋ, ਸਕੂਲ ਚਲਾ ਰਹੇ ਹੋ, ਔਰ ਬੱਚਿਆਂ ਨੂੰ ਤੁਸੀਂ ਕੀ ਸਿੱਖਿਆ ਦੇਵੋਗੇ ਜਦੋਂ ਤੁਹਾਡੇ ਬਿਆਨ, ਜਦੋਂ ਤੁਹਾਡੀ ਰਿਕਾਰਡਿੰਗ ਪਬਲਿਕਲੀ ਹੋਣੀ ਹੈ। ਹੁਣ ਕਈ ਸਾਹਿਬ ਨੇ ਅੱਜ ਤੱਕ ਸਬਰ ਰੱਖਿਆ ਹੋਇਆ ਸੀ, ਲੇਕਿਨ ਅੱਜ ਤੋਂ ਬਾਅਦ ਇਹ ਉਸ ਚੀਜ਼ ਨੂੰ ਪਬਲਿਕਲੀ ਕਰਨਗੇ, ਔਰ ਇਹੋ ਜਿਹੇ ਚੀਜ਼ਾਂ ਨੂੰ ਸੁਣ ਕੇ ਉਹ ਸਕੂਲ ਦੇ ਬੱਚੇ ਕੀ ਸਮਝਣਗੇ, ਅਸੀਂ ਆਪਣੇ ਬੱਚਿਆਂ ਨੂੰ ਕਿਹੋ ਜਿਹੀ ਸਿੱਖਿਆ ਦੇਵਾਂਗੇ, ਇਹ ਅਸੀਂ ਸੋਚ ਸਕਦੇ ਹਾਂ। ਧੰਨਵਾਦ ਜੀ।